महला पहला। पढ़ पढ़ घंटी लगी है, पढ़ पढ़ भरी है साथ। पढ़ पढ़ घंटी लगी है, पढ़ पढ़ भरी है साथ। पढ़ पढ़ बेड़ी पाई है, पढ़ पढ़ घंटी है हाथ। पढ़िए देते बरस बरस, पढ़िए देते मास। पढ़िए देते बरस बरस, पढ़िए देते मास। पढ़िए देते आरजा, पढ़िए देते सास। नानक लिखे एक गल हो, वो मैं चखना चाह। ਸਮੁੱਚੀ ਕਾਇਨਾਤ ਕੁਦਰਤ ਦੇ ਰਹਿਬਰ ਜਗਤ ਗੁਰਪੀਰ ਬਾਬਾ ਯਹਰਾ ਜ਼ਹੂਰ ਹਾਜ਼ਰਾ ਹਜ਼ੂਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਸਦਕਾ पावन बाणी आसन की वारदा कीर्तन और नाल पावन बाणी को समझण का जतन कर रहे हैं। आओ हर रोज की तरह जिवें सतगुरु जी ने सन जो उपदेश दिता, पढ़ सुन समझ विचार मन कर अपने जीवन में सोना सुचज्जा आनंदमयी चढ़ती कला वाला बने। विचार आरंभ करने तो पहला अदब प्यार सहित बुलाओ फतेह आखो जी वाहिगुरू जी का खालसा वाहिगुरू जी की फतेह। सतगुरु गुरु नानक साहिब महाराज सच्चे पातशाह जी ने बड़ी सीधी ते स्पष्ट गल सच सुनाई सी, सच की बेला वाली की। और बाबे ने समुचे संसार को यह गल आखी, किसी एक खास को नहीं, सारिया की आखी। क्योंकि सारे जतन करते हैं कि मैं अपने अपने ढंग तरीके नाल धर्म के नाम से कर्म करके रब नूं, परमात्मा नूं, भगवान नूं, गॉड नूं, अल्लाह नूं खुश कर लवां। पर सतगुरु गुरु नानक साहिब महाराज आखदे ने ना चतुराई ना चतुर कुछ पाइए। चतुराइयां नाल ते वो मिलदा ही नहीं। धर्म के नाते किए हुए कर रहे कामां नाल ते कोई मिलता ही नहीं ना, वो खुश होंदा ही नहीं ना। तो फिर किवें खुश होंदा? सतगुरु गुरु ग्रंथ साहिब की बाणी ने फिर बड़े प्यार नाल आख्या, वो जे खुश होंदा है, वो जे प्रसन्न होंदा है, जे उसकी कह लीए अग दे बोली बोलों के मुताबिक किवें मिलता है, तो बाबे ने एक ही गल आखी है, हुक्म रजाई चलना नानक लिखिया नाल। वो तो इवें मिलता है कि जदों उहदे मुताबिक
ਦੱਸੇ ਹੋਏ ਕਰਮ ਅਸੀਂ ਕਰਨ ਲੱਗ ਪਏ। ਗੁਰੂ ਗਿਆਨ ਦੇ ਦੁਆਰਾ ਆਪਣੀ ਜ਼ਿੰਦਗੀ ਨੂੰ ਬਤਾਉਣ ਲੱਗ ਪਏ ਨਾ ਜੀ, ਉਦੋਂ ਉਹ ਖੁਸ਼ ਹੁੰਦਾ ਹੈ, ਉਦੋਂ ਸਾਡੇ ਤੇ ਪ੍ਰਸੰਨ ਹੁੰਦਾ ਹੈ। ਆਓ ਗੁਰੂ ਨਾਨਕ ਸਾਹਿਬ ਜੀ ਦੇ ਅੱਜ ਦੇ ਪਾਵਨ ਸ਼ਲੋਕ ਦੇ ਅੰਦਰ, ਪੌੜੀ ਦੇ ਅੰਦਰ, ਕਿ ਉਹ ਭਗਤਾਂ ਤੇ ਮਿਹਰਬਾਨ ਕਿਵੇਂ ਬਣਦਾ ਹੈ। ਬੜੀ ਸੋਹਣੀ ਵਿਚਾਰ ਸਤਿਗੁਰੂ ਨੇ ਸਾਡੇ ਅੱਗੇ ਰੱਖੀ ਹੈ। ਸ਼ਲੋਕ ਮਹਿਲਾ ਪਹਿਲਾ ਬੜੇ ਪਿਆਰ ਦੇ ਨਾਲ ਗੁਰਦੁਆਰਾ ਸਾਹਿਬ ਜੀ ਦੀ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਹਰਮਨਜੀਤ ਸਿੰਘ ਇਹਨਾਂ ਦੇ ਪਾਸੋਂ ਸ਼ਲੋਕ ਸ਼ਰਵਣ ਕੀਤਾ ਹੈ ਆਪਾਂ। ਤੇ ਬਾਬੇ ਨੇ ਆਖਿਆ ਹੈ, ਪੜ ਗੱਡੀ ਲੱਦੀ ਹੈ। ਗੱਲ ਕੀਤੀ ਹੈ ਬਾਬੇ ਨੂੰ ਪੜ੍ਹਨ ਵਾਲਿਆਂ ਦੀ, ਤੇ ਬਾਬੇ ਨੇ ਇਹ ਵੀ ਆਖਿਆ ਕਿ ਪੜ੍ਹਨਾ ਨਹੀਂ ਹੈ, ਪੜ੍ਹ। ਪਰ ਜੋ ਪੜ੍ਹਿਆ ਹੋਇਆ ਉਸ ਪੜ੍ਹੇ ਹੋਏ ਦਾ ਤੈਨੂੰ ਮਾਣ ਨਾ ਹੋਵੇ। ਇਹ ਥੋੜੀ ਗੁਰੂ ਸਾਹਿਬ ਨੇ ਕਿਹਾ ਕਿ ਪੜ੍ਹਨਾ ਹੀ ਨਹੀਂ। ਅੱਜ ਆਪਸੀ ਟਕਰਾਅ ਕਿਸੇ ਹੋਰ ਮਤਾਂ ਦਾ ਨਹੀਂ, ਸਾਡੀ ਮਤ ਵਾਲਿਆਂ ਦਾ, ਸਾਡੇ ਧਰਮ ਵਾਲਿਆਂ ਦਾ ਜਿੰਨਾ ਟਕਰਾਅ ਇਸ ਗੱਲ ਤੋਂ। ਇੱਕ ਉਹ ਨੇ ਪੜ੍ਹਦੇ ਦੋਵੇਂ ਹੀ ਅਸਲ ਵਿੱਚ, ਪਰ ਇੱਕ ਉਹ ਇਸ ਕਰਕੇ ਕਹਿੰਦੇ ਨੇ ਵੀ ਇਹ ਬੜੇ ਲਿਖੇ ਆ ਗਏ ਨੇ, ਪੜ੍ਹਨ ਦੇ ਨਾਲ ਇੰਨਾ ਨਹੀਂ ਹੁੰਦਾ, ਅਸੀਂ ਪੜ੍ਹਨ ਤੋਂ ਬਿਨਾਂ ਹੀ ਕਰਦੇ, ਪਰ ਪੜ੍ਹ ਜ਼ਰੂਰੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਆਖਦੇ ਨੇ, ਕਹਿੰਦੇ ਪੜ੍ਹ ਗੱਡੀ ਲੱਦੀ ਹੈ। ਬੰਦਿਆ ਭਾਵੇਂ ਪੜ੍ਹ ਕੇ ਪੋਥੀਆਂ ਦੀਆਂ, ਕਿਤਾਬਾਂ ਦੀਆਂ ਗੱਡੀਆਂ ਜਿਹੜੀਆਂ ਉਹ ਲੱਦਦਾ ਹੈ। ਪੜ੍ਹ ਗੱਡੀ ਲੱਦੀ ਹੈ, ਪੜ੍ਹ ਭਰੀਏ ਸਾਥ। ਮੈਂ ਪੜ੍ਹੀ ਜਾ, ਹਰ ਸਮੇਂ ਪੜ੍ਹੀ ਜਾ, ਜਿਵੇਂ ਤੂੰ ਪੜ੍ਹੀ ਚੱਲ, ਪੜ੍ਹ ਭਰੀਏ ਸਾਥ। ਪੜ੍ਹ ਬੇੜੀ ਪਾਈ ਹੈ। ਲੈ ਪੜ੍ਹ ਕੇ ਕਿਤਾਬਾਂ ਦੇ ਨਾਲ ਬੇੜੀ ਲੱਗ ਲੈ। ਇੰਨੀਆਂ ਕਿਤਾਬਾਂ ਤੇਰੇ ਕੋਲ ਹੋਣ, ਇੰਨੇ ਧਾਰਮਿਕ ਗ੍ਰੰਥ ਹੋਣ, ਤੂੰ ਪੜ੍ਹ ਕੇ ਲੱਗ ਗੱਡੇ। ਪੜ੍ਹ ਕੇ ਉਹਨਾਂ ਕਿਤਾਬਾਂ ਦੀਆਂ ਬੇੜੀਆਂ ਲੱਗ ਲੈ। ਗੁਰੂ ਸਾਹਿਬ ਦੇ ਸਮੇਂ ਵੀ ਐਸੇ ਹੋਏ ਨੇ ਨਾ ਪੰਡਤ, ਜਿਹੜੇ ਆਖਦੇ ਨੇ ਬਾਬਾ ਵੀ ਤੇਰੇ ਨਾਲ ਵਿਚਾਰ ਇਸ ਕਰਕੇ ਕਰਨੀ ਹੈ, ਤਾਂ ਕਰਨੀ ਹੈ ਕਿਉਂਕਿ ਮੇਰਾ ਇਹ ਅਸੂਲ ਹੈ ਕਿ ਜਦੋਂ ਕਿਸੇ ਨਾਲ ਵਿਚਾਰ ਕਰਦਾ ਹਾਂ ਧਾਰਮਿਕ ਗ੍ਰੰਥ ਦੇ, ਤੇ ਜੇਕਰ ਉਹ ਅੱਗਿਓਂ ਪੜ੍ਹਨ ਵਾਲਾ, ਵਿਚਾਰਨ ਵਾਲਾ ਹਾਰ ਗਿਆ ਤੇ ਉਹਦਾ ਗ੍ਰੰਥ ਮੈਂ ਲੈ ਲੈਣਾ। ਵੀ ਬਾਬੇ ਨਾਲ ਵੀ ਵਿਚਾਰ ਕੀਤੀ ਹੈ, ਤੇ ਬਾਬੇ ਕੋਲ ਵੀ ਤੇ ਗ੍ਰੰਥ ਹੈ ਨਾ, ਬਾਬੇ ਕੋਲ ਵੀ ਤਾਂ ਪੋਥੀ ਹੈ ਨਾ। ਵਿਚਾਰਵਾਨ ਪੰਡਤ ਨੇ ਸੋਚਿਆ ਕਿ ਹੋ ਸਕਦਾ ਬਾਬੇ ਨਾਲ ਜੇ ਮੈਂ ਵਿਚਾਰ ਕੀਤੀ, ਬਾਬਾ ਹਾਰ ਗਿਆ, ਬਾਬੇ ਵਾਲੀ ਪੋਥੀ ਵੀ ਮੈਂ ਲੈ ਲਵਾਂਗਾ। ਸਤਿਗੁਰੂ ਨਾਲ ਵਿਚਾਰ ਕੀਤੀ ਹੈ ਤੇ ਬਾਬਾ ਆਖਦਾ ਹੈ, ਚੇਤਾ ਰੱਖੀ ਭਾਈ, ਇੱਕ ਨੂੰ ਨਹੀਂ ਆਖਿਆ, ਹਰੇਕ ਨੂੰ ਆਖਿਆ ਕਿ ਪੜ੍ਹਨ ਵਾਲਿਆ ਮਾਣ ਨਹੀਂ ਕਰੀਦਾ, ਕਦੇ ਮਾਣ ਨਹੀਂ ਕਰੀਦਾ, ਕਦੇ ਹੰਕਾਰ ਨਹੀਂ ਕਰੀਦਾ। ਪੜ੍ਹਿਆ ਹੋਇਆ, ਵਿਚਾਰਿਆ ਹੋਇਆ ਤੇਰਾ ਪਰਉਪਕਾਰੀ ਬਣ ਜਾਏ। ਪੜ੍ਹਦੇ ਨਾ ਬਾਬੇ ਦੀ ਬਾਣੀ ਵਿੱਚੋਂ, ਵਿਦਿਆ ਵਿਚਾਰੀ ਤਾਂ ਪਰਉਪਕਾਰੀ ਤੇ ਤਾਂ ਬਣੀਗੀ ਨਾ, ਜੋ ਪੜ੍ਹਿਆ ਹੋਇਆ ਉਹਨੂੰ ਵਿਚਾਰ ਕੇ ਮੈਂ ਮੰਨ ਲਿਆ, ਤੇ ਮੰਨੇ ਹੋਏ ਦੇ ਵਿੱਚੋਂ ਹਉਮੈ ਨਹੀਂ, ਹੰਕਾਰ ਨਹੀਂ ਹੋਣਾ ਕਿ ਮੈਂ ਇੰਨਾ ਪੜ੍ਹਦਾ, ਨਾ। ਤੇ ਜੇ ਹੰਕਾਰ ਹੈ, ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ, ਫਿਰ ਪੜ੍ਹ ਬੇੜੀ ਪਾਈ ਹੈ, ਪੜ੍ਹ ਗੱਡੀਏ ਖਾਕ। ਜਿੰਨੇ ਟੋਏ ਨੇ ਨਾ, ਉਹ ਭਾਵੇਂ ਆਪਣੀਆਂ ਕਿਤਾਬਾਂ ਨਾਲ ਤੋੜ ਹੈ, ਗੱਡੀਏ ਖਾਕ। ਸਾਰੇ ਟੋਏ ਪੂਰੇ ਜਾਣ, ਇੰਨੀਆਂ ਕਿਤਾਬਾਂ ਤੇਰੇ ਕੋਲ ਹੋਣ। ਤੇ ਸਤਿਗੁਰੂ ਜੀ ਅੱਗੇ ਆਖਦੇ ਨੇ, ਕਹਿੰਦੇ ਪੜ੍ਹੀਏ ਜੀਤੇ ਬਰਸ। ਵੀ ਇਹਨਾਂ ਪੜ੍ਹੇ ਵੀ ਕਈ ਸਾਲ ਪੜ੍ਹਦਾ ਰਹੇ, ਜ਼ਿੰਦਗੀ ਦੇ ਜਿੰਨੇ ਸਾਲ ਮਿਲੇ ਨੇ ਨਾ ਜਿਉਣ ਦੇ, ਉਹ ਸਾਰੇ ਸਾਲ ਪੜ੍ਹਨ ਵਿੱਚ ਬਿਤਾ ਲਏ। ਪੜ੍ਹੀਏ ਜਿੱਤੇ ਬਰਸ
ਪੜ੍ਹੀਐ ਜੇਤੇ ਮਾਸ, ਸਾਲਾਂ ਦੇ ਮਹੀਨੇ ਜਿੰਨੇ ਨੇ, ਮਾਸ ਜਿੰਨੇ ਉਹ ਮਹੀਨੇ ਨੇ ਨਾ, ਉਹ ਸਾਰੇ ਮਹੀਨੇ ਤੋਂ ਪੜ੍ਹ ਗੁਜ਼ਾਰ ਦਿੱਤੇ ਹੋਣ। ਸਤਿਗੁਰੂ ਜੀ ਕਹਿਣ ਲੱਗੇ ਪੜ੍ਹੀਐ ਜੇਤੀ ਆਰਜਾ, ਆਰਜਾ ਭਾਵ ਉਮਰ, ਜਿੰਨੀ ਉਮਰ ਮਿਲੀ ਹੈ ਉਹ ਸਾਰੀ ਉਮਰ ਪੜ੍ਹ ਕੇ ਗੁਜ਼ਾਰੀ ਹੋ ਗਈ। ਪੜ੍ਹੀਐ ਜੇਤੀ ਆਰਜਾ, ਪੜ੍ਹੀਐ ਜੇਤੇ ਸਾਸ, ਸਵਾਸ ਜਿੰਨੇ ਮਿਲੇ ਨੇ ਉਹ ਸਾਰੇ ਸਵਾਸ ਤੋਂ ਪੜ੍ਹਨ ਵਿੱਚ ਲਾਏ ਹੋਣ। ਪਰ ਚੇਤਾ ਰੱਖੀ ਨਾਨਕ ਲੇਖੈ ਇੱਕ ਗੱਲ, ਨਾਨਕ ਲੇਖੈ ਇੱਕ ਗੱਲ। ਉਹ ਲੇਖੇ ਆਪਾਂ ਕਹਿੰਦੇ ਵੀ ਉਹ ਗੱਲ ਲੇਖੇ ਵਿੱਚ ਪੈਣੀ ਹੈ ਜਿਹੜੀ ਗੁਰੂ ਨੂੰ ਪ੍ਰਵਾਨ ਹੈ, ਤੇਰੀ ਪੜ੍ਹੀ ਹੋਈ। ਤੇ ਪੜ੍ਹਿਆ ਹੋਇਆ ਪ੍ਰਵਾਨ ਕਿਹੜਾ ਹੁੰਦਾ? ਬਾਬਾ ਜੀ ਤੋਂ ਤੱਕ ਵੀ ਬਾਣੀ ਵਿੱਚ ਆਖਦਾ ਗੁਰੂ ਨੂੰ ਤੇਰੇ ਪੜ੍ਹਨ ਨਾਲ, ਤੇਰੇ ਨਾ ਪੜ੍ਹਨ ਨਾਲ ਕੋਈ ਫਰਕ ਨਹੀਂ ਪੈਂਦਾ। ਇੱਥੇ ਤਾਂ ਜਿਹੜਾ ਨਹੀਂ ਵੀ ਪੜ੍ਹਦਾ ਨਾ ਉਹ ਵੀ ਪ੍ਰਵਾਨ ਹੋ ਜਾਂਦਾ ਜੇ ਉਹਦੇ ਕੋਲ ਗੁਰੂ ਦਾ ਗਿਆਨ ਹੈ। ਭਾਵੇਂ ਉਹ ਗਿਆਨ ਸੁਣ ਕੇ ਕਿਉਂ ਨਹੀਂ ਮੈਂ ਮੰਨ ਲਿਆ। ਗੱਲ ਇਹ ਥੋੜੀ ਵੀ ਮੈਂ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਲੈਣਾ, ਜਿਨ੍ਹਾਂ ਨੂੰ ਨਹੀਂ ਕਰਦੇ ਨਹੀਂ ਨਾ, ਤੇ ਜੇ ਉਹਨਾਂ ਸੁਣ ਕੇ ਮੰਨ ਲਈ ਹੈ ਤੇ ਬਾਬਾ ਮੇਰਾ ਆਖਦਾ ਜੀ ਸੱਚਮੁੱਚ ਇਸ ਗੱਲ ਨੂੰ ਵਿਚਾਰਿਓ ਗੌਰ ਨਾਲ, ਇਸ ਗੱਲ ਨੂੰ ਸਮਝਿਓ ਧਿਆਨ ਨਾਲ ਵੀ ਇੱਥੇ ਪ੍ਰਵਾਨ ਪੜਿਆ ਅਨਪੜ੍ਹ ਉੱਚੀ ਅਵਸਥਾ ਪਾ ਲੈਂਦਾ ਜੀ। ਭਾਵੇਂ ਉਹ ਪੜਿਆ ਹੋਵੇ ਭਾਵੇਂ ਅਨਪੜ੍ਹਿਆ ਹੋਵੇ, ਜੇ ਪੜ੍ਹਨ ਵਾਲੇ ਨੇ ਵੀ ਗੁਰੂ ਦੀ ਗੱਲ ਮੰਨੀ ਹੈ ਨਾ, ਪੜ੍ਹ ਕੇ ਆਪਣੇ ਅੰਦਰੋਂ ਹਉਮੈ ਨੂੰ, ਹੰਕਾਰ ਨੂੰ ਦੂਰ ਕਰ ਦਿੱਤਾ ਨਾ, ਸੱਚਮੁੱਚ ਬਾਬੇ ਨੇ ਆਖਿਆ ਤਤਗਤ ਪਾਵੇ, ਉੱਚੀ ਅਵਸਥਾ ਦਾ ਮਾਲਕ ਬਣ ਗਿਆ। ਤੇ ਜੇ ਪੜ੍ਹ ਕੇ ਅੰਦਰ ਹਉਮੈ ਹੈ, ਮੈਂ ਢੰਡੋਰਾ ਪਿੱਟਾਂ ਵੀ ਮੇਰੇ ਵਰਗਾ ਗਿਆਨਵਾਨ ਗਿਆਨੀ ਕੋਈ ਨਹੀਂ, ਮੈਂ ਆਖਾਂ ਵੀ ਜਾਣਦਾ ਹੀ ਮੈਂ ਆ, ਦੂਜਾ ਤੇ ਕੁਝ ਜਾਣਦਾ ਨਹੀਂ, ਸਤਿਗੁਰੂ ਕਹਿੰਦੇ ਐਵੇਂ ਆਫਰਿਆ ਨਾ ਫਿਰ, ਆਫਰਿਆ ਨਾ। ਤੇਰੇ ਕੋਲ ਗਿਆਨ ਹੋਏਗਾ ਪਰ ਉਹ ਗੁਰੂ ਨੂੰ ਕਦੇ ਨਹੀਂ ਪ੍ਰਵਾਨ, ਉਹ ਗਿਆਨ ਗੁਰੂ ਨੂੰ ਕਦੇ ਨਹੀਂ ਪ੍ਰਵਾਨ। ਨਾਨਕ ਲੇਖੈ ਇੱਕ ਗੱਲ ਹੋਰ, ਹਉਮੈ ਚਖਣਾ ਝਾਕ, ਗੁਰੂ ਦੇ ਗਿਆਨ ਤੋਂ ਬਿਨਾ ਬਾਕੀ ਤੇ ਝੱਖਾਂ ਮਾਰਨੀਆਂ। ਤੇ ਕਿੰਨੇ ਲੋਕ ਨੇ ਜਿਹੜੇ ਝੱਖਾਂ ਮਾਰ ਰਹੇ ਨੇ ਗਿਆਨ ਦੇ ਨਾਮ ਤੇ, ਗਿਆਨ ਦੇ ਨਾਮ ਤੇ, ਆਪਣੀ ਵਿਦਵਾਨੀ ਦੇ ਨਾਮ ਤੇ। ਅੱਜ ਆਪਾਂ ਦੇਖ ਲਈਏ, ਫੇਸਬੁੱਕ ਦੇਖ ਲਈਏ, WhatsApp ਦੇਖ ਲਈਏ, ਗਿਆਨ ਦਾ ਤਾਂ ਹਰੇਕ ਬਣਿਆ ਫਿਰਦਾ ਹੈ। ਦੇਖੋ ਆਪਣੇ ਗਿਆਨ ਦੇ ਦੁਆਰਾ ਕੀ ਕਰ ਰਿਹਾ, ਇੱਕ ਦੂਜੇ ਨੂੰ ਨੀਵਾਂ ਦਿਖਾ ਰਿਹਾ ਕਿ ਮੈਂ ਵੱਡਾ ਦਾਤਾ ਹਾਂ ਗਿਆਨੀ, ਤੂੰ ਛੋਟਾ ਦਾਤਾ ਗਿਆਨੀ ਹੈ। ਇਹਨੂੰ ਕੁਝ ਨਹੀਂ ਪਤਾ ਜੋ ਮੈਂ ਕਹਿ ਰਿਹਾ ਉਹਦੀ ਸੱਚ ਹੈ, ਪਰ ਸਤਿਗੁਰੂ ਕਹਿੰਦੇ ਨਹੀਂ, ਗੁਰੂ ਨੇ ਜੋ ਆਖਿਆ ਉਹ ਸੱਚ ਹੈ। ਤੇ ਗੁਰੂ ਦੇ ਕਹੇ ਹੋਏ ਸੱਚ ਨੂੰ ਬੰਦਿਆ ਜੇ ਮੰਨਦਾ ਤਾਂ ਤੇਰਾ ਪ੍ਰਵਾਨ ਹੈ, ਜੇ ਨਹੀਂ ਮੰਨਦਾ ਤੇ ਜਿੰਨਾ ਮਰਜ਼ੀ ਪੜ੍ਹ ਲੈ, ਪੜ੍ਹ ਕੇ ਗੱਡੀਆਂ ਲੱਦ ਲੈ, ਪੜ੍ਹ ਕੇ ਭਾਵੇਂ ਸਾਰੀ ਉਮਰ ਗੁਜ਼ਾਰ ਲੈ, ਨਹੀਂ ਪ੍ਰਵਾਨ। ਬਾਕੀ ਤੇ ਝਖਣਾ ਝਾਕ ਹੈ, ਕੋਈ ਉਹਦਾ ਫਾਇਦਾ ਨਹੀਂ, ਉਹ ਤੇ ਪੜਿਆ ਹੋਇਆ ਤੇਰਾ ਫਜ਼ੂਲ ਹੀ ਹੈ, ਵਿਅਰਥ ਹੀ ਹੈ, ਐਵੇਂ ਮੂਰਖਾਂ ਦੀ ਤਰ੍ਹਾਂ ਝਾਕੀ ਕਮਲੀ ਘੁੱਟਦਾ ਰਿਹਾ ਹੈ। ਆਓ ਅਗਲਾ ਸ਼ਲੋਕ ਬੜੇ ਪਿਆਰ ਨਾਲ ਸਰਵਣ ਕਰੀਏ। ਮਹਲਾ ਪਹਿਲਾ। ਲਿਖ ਲਿਖ ਪੜਿਆ ਤੇਤਾ Oh
कहने लगे जो झक्खा मारदा ही ना पढ़ के झक्खना झाकदा जो पढ़ के कमल घुट रहा सतगुरु जी ने फिर आख्या कहते लिख लिख पढ़िया बड़ा लिख लिख के पढ़ता है ते लिखे हुए नूं ही पढ़दा भावें आप दा लिख लिख के पढ़ रहे हैं भावें किसी का लिखिया होया पढ़ रहे हैं लिख लिख पढ़िया ते जिन्ना पढ़ रहा ना माड़ा नहीं जे अंदर होंबे है जे अंदर हंकार है ना ते उन्ना ही कढ़िया कढ़ रहा सड़ रहा हंकार दे विच कहते लिख लिख पढ़िया तेता कढ़िया उन्ना ही ज्यादा कढ़ रहा लाभ नहीं हो रहा ज्ञान ते इकट्ठा कर रहा है पर वो ज्ञान कढ़िया होया सारा कढ़िया पाप हंकार वाला गया है लिख लिख पढ़िया तेता कढ़िया ते महाराज कहते बहुत तीरथ पवेगा देखो जी कहते पढ़े लिखे भी ਜਿਹੜੇ ਕੜੇ ਹੋਏ ਨੇ ਨਾ ਤੇ ਆਪਣੀ ਤਪਸ਼ ਨੂੰ ਆਪਣੇ ਆਪ ਨੂੰ ਸ਼ਾਂਤ ਕਰਨ ਲਈ ਜਾਂ ਇਹ ਪਖੰਡ ਧਰਮ ਦੇ ਨਾਂ ਤੇ ਕਰਨ ਲਈ ਕਰ ਰਹੇ ਨੇ ਕੀ ਕਹਿੰਦੇ ਨੇ ਮੈਂ ਆਪ ਤੀਰਥਾਂ ਤੇ ਜਾਵਾਂ ਬਹੁਤ ਤੀਰਥ ਭਵਿਆ ਇੱਕ ਨਹੀਂ ਦੋ ਨਹੀਂ ਬਹੁਤ ਜਿਨੇ ਤੀਰਥ 68 ਤੀਰਥ ਮੰਨੇ ਗਏ ਨਾ ਬੰਦਾ ਕਹਿੰਦਾ 68 ਤੀਰਥਾਂ ਦੇ ਮੈਂ ਦਰਸ਼ਨ ਕਰ ਲਵਾਂ आपका फिरदा है वेखो मैं आदि तीर्थ ते जा आया मैं आदि तीर्थ ते जा रहा मैं गुरु को पूछा ना बाबा जो तू आख रहा है जो मैनू सिक्ख्या दी है कि जिहड़ी तेरी बाणी बोल के आख रही है जिहड़ी बाणी सानू दस रही है भी जे तीर्थां ते जाना भी है कि मैं गुरु को पूछ लवां ये थोड़ी मैं दूजे मत वाले कदे तीर्थां ते जा रहे साडे वाले भी जा रहे ना असीं भी तीर्थां दे नाल ये गल्लां जोड़ियां ने ना कि मैं मस्सिया ते इन्नी बार इशनान करना मैं इन्नियां मस्सिया सुनियां ने कि इन्नियां मस्सिया जाके मैं बौली विच सरोवरां विच नहाउणा सोच के बैठा ना कि इन्नियां पुण्यां जिहड़ियां ना वो मैं इशनान करांगा ते मैं मुक्त हो जागा इन्नियां संगरांदां नहावांगा तां मुक्त हो जावांगा आ तीर्थ ते जाके विशेष मन के बैठे ना कि पुण्या ते इत्थे जाना चाहिए संग्राम ते इत्थे जाना चाहिए मस्या ते इत्थे जाना चाहिए अलग अलग बना के बैठे ना ते फिर ढंढोरा कट रहा है कि असीं ते एक भी पुण्या एक भी संग्राम ते एक भी मस्या नहीं चाहिए जाने ते मेरा बाबा आखदा यार जान वालिया मेरे नाम ते धो ठुक मारिया घट्टो घट मैनू तो पुछ लेंदा ना पुछ तो सही एक बार कि तीरथ नहावा जे तिस भावा मैं तीर्थां ते जा आवां गुरु जे तेनू चंगा लगदा
ਵੀ ਮੰਨਦਾ ਵੀ ਤੂੰ ਹੈ ਵੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ, ਮੱਥਾ ਵੀ ਮੈਨੂੰ ਆ ਕੇ ਟੇਕਦਾ ਏ ਵੀ ਮੈਂ ਗੁਰੂ ਦਾ ਸਿੱਖ ਹੈ, ਮੇਰੀ ਬਾਣੀ ਨੂੰ ਵੀ ਗੁਰੂ ਆ ਕੇ ਕਹਿੰਦਾ ਵੀ ਪੜ੍ਹਦਾ। ਯਾਰ ਗੱਲ ਤੇ ਮੰਨਣਾ ਵੀ ਜਿਹੜੀ ਗੱਲ ਪੜ੍ਹ ਰਿਹਾ ਉਹਦੀ ਅਮਲ ਨਹੀਂ ਕਰਨਾ। ਚੱਖਾਂ ਤੱਕ ਲੋਕ ਕਹਿਣਗੇ ਵੀ ਲੈ ਗੁਰੂ ਗ੍ਰੰਥ ਸਾਹਿਬ ਇਹਦੇ ਗੁਰੂ ਆ ਕਹਿ ਰਹੇ ਨੇ ਪਰ ਇਹ ਕਮਲ ਕੁੱਟ ਰਿਹਾ। ਚੱਖਣਾ ਮਾਰਨੀ ਕਮਲ ਕੁੱਟਣਾ ਹੋਰ ਕੀ ਹੁੰਦਾ। ਨਾਨਕ ਲਿਖਿਆ ਇੱਕ ਗੱਲ, ਉਹ ਗੱਲ ਲੇਖੀ ਵਿੱਚ ਹੈ ਨਾ ਜੀ, ਜਿਹੜੀ ਗੁਰੂ ਕੋਲੋਂ ਗੁਰੂ ਵਿੱਚੋਂ ਗੁਰੂ ਬਾਣੀ ਵਿੱਚੋਂ ਪੜ੍ਹ ਕੇ ਮੈਂ ਮੰਨ ਲਈ ਹੈ। ਤੇ ਬਾਕੀ ਦੇ ਧਰਮ ਦੇ ਨਾਂ ਤੇ ਜਿੰਨੇ ਕਰਮ ਕਰ ਰਿਹਾ ਉਹਦੇ ਚੱਖਣਾ ਝਾਕ ਹੈ। ਸਤਿਗੁਰੂ ਨੂੰ ਪੁੱਛ ਲੈਂਦਾ ਤੀਰਥ ਨਾਵਾਂ ਜੇ ਕਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ। ਜੇ ਗੁਰੂ ਦੇ ਚੰਗਾ ਨਹੀਂ ਲੱਗਦਾ ਮੈਂ ਤੀਰਥਾਂ ਤੇ ਨਹਾ ਕੇ ਕੀ ਕਰਾਂ। ਨਾਲੇ ਬਾਬਾ ਤੂੰ ਤਾਂ ਇਹ ਆਖਿਆ ਨਾ ਬਾਣੀ ਰਾਹੀਂ ਤੀਰਥ ਜਾਓ ਤਾਂ ਹਉ ਹਉ ਕਰਤੇ, ਪੰਡਤ ਪੁੱਛੋ ਤਾਂ ਆਇਆ ਰਤੇ, ਸੋ ਅਸਥਾਨ ਕਿਤਾਬੂ ਗੀਤਾ ਜਾ ਕੇ ਕੀਰਤਨ ਹਰ ਹਰ ਕੀਤਾ। ਬਾਬਾ ਨਾਲੇ ਤੂੰ ਤਾਂ ਤੀਰਥ ਬਣਾ ਕੇ ਦਿੱਤਾ ਹੈ ਨਾ ਸਾਨੂੰ, ਉਹ ਤੀਰਥ ਇਹ ਨਹੀਂ ਵੀ ਨਹਾਉਣ ਵਾਲੀ ਮੁਕਤੀ ਹੋ ਜਾਣੀ। ਗੁਰੂ ਗ੍ਰੰਥ ਸਾਹਿਬ ਦਾ ਤੀਰਥ ਕਿਹੜਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਨੇ, ਕਹਿੰਦੇ ਲੋ ਤੀਰਥ ਨਹਾਉਣਾ ਹੀ ਹੈ ਨਾ। ਜੇ ਤੁਸੀਂ ਇਹ ਗੱਲ ਮਨ ਵਿੱਚ ਪਗਾ ਕੇ ਬੈਠੇ ਹੋ ਕਿ ਤੀਰਥਾਂ ਤੇ ਨਹਾਉਣਾ ਹੀ ਸਾਰਾ ਕੁਝ ਹੈ, ਬਾਬੇ ਨੇ ਆਖਿਆ ਨਹਾਓ ਮੈਂ ਤੁਹਾਡੇ ਲਈ ਤੀਰਥ ਬਣਾ ਦਿੱਤਾ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਤੀਰਥਾਂ ਤੇ ਨਹਾਉਣਾ ਨਾ ਲੈ, ਇਹ ਜਿੱਦ ਬਕਾਲੀ ਹੈ ਨਾ ਮੈਂ ਤੀਰਥਾਂ ਤੇ ਜਾਣਾ। ਮਹਾਰਾਜ ਕਹਿੰਦੇ ਲੈ ਨਹਾ। ਕਿਹੜੇ ਤੀਰਥ ਤੇ ਨਹਾ? ਤੀਰਥ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਦੀ ਵਿਚਾਰ ਕੀ ਹੈ ਤੀਰਥ। ਲਓ ਜਦੋਂ ਇਸ ਤੀਰਥ ਤੇ ਆ ਕੇ ਨਹਾਵਾਂਗੇ ਤੇ ਬਾਬੇ ਨੇ ਆਖਿਆ ਫਿਰ ਬੰਦਿਆ ਬਾਹਰੋਂ ਹੀ ਮੈਲ ਨਹੀਂ ਲੱਥੇਗੀ, ਤੇਰੇ ਅੰਦਰਲੀ ਮੈਲ ਗੁਰੂ ਲਾ ਕੇ ਸੁੱਧ ਰਹੇਗਾ। ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਣ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਅੰਦਰੋਂ ਫਿਰ ਨਹਾਉਣਾ, ਗੁਰੂ ਅੰਦਰੋਂ ਇਸ਼ਨਾਨ ਕਰਕੇ ਐ ਨਿਰਮਲ ਕਰ ਦਿੰਦਾ ਹੈ, ਪਵਿੱਤਰ ਕਰ ਦਿੰਦਾ ਹੈ। ਆਓ ਗੁਰੂ ਦੇ ਸ਼ਬਦ ਵਿਚਾਰ ਰੂਪੀ ਤੀਰਥ ਤੇ ਆ ਕੇ ਲੱਗੇ। ਤੇ ਜਦੋਂ ਇਸ ਤੀਰਥ ਤੇ ਨਹਾਵਾਂਗੇ ਨਾ ਫਿਰ ਦੁਨੀਆ ਨੂੰ ਦੱਸਾਂਗੇ ਵੀ ਲੋਕ ਵੀ ਦੱਸਦੇ ਨੇ ਵੀ ਮੈਂ ਆ ਵੀ ਤੀਰਥ ਤੇ ਜਾ ਕੇ ਆਇਆ, ਆ ਵੀ ਤੀਰਥ ਤੇ ਜਾ ਕੇ ਆਇਆ, ਪਰ ਕੜੇ ਪਏ ਨੇ, ਦੁਖੀ ਨੇ। ਮੈਂ ਆਖਾਂਗਾ ਯਾਰ ਆ ਤੀਰਥ ਤੇ ਨਹਾਈਏ, ਇਸ ਤੀਰਥ ਤੇ ਨਹਾਉਣ ਦੇ ਨਾਲ ਆਨੰਦ ਮਿਲਦਾ ਜੀ। ਇਸ ਤੀਰਥ ਸ਼ਬਦ ਵਿਚਾਰ ਤੀਰਥ ਤੇ ਨਹਾ ਕੇ ਸੁਰਤ ਟਿਕਾਣੇ ਆ ਜਾਂਦੀ ਹੈ। ਜੀਵਨ ਕਿਵੇਂ ਜਿਉਣਾ ਹੈ ਆਨੰਦ ਆ ਜਾਂਦਾ ਹੈ। ਪੜ ਕੇ ਹੰਕਾਰ ਨਹੀਂ ਕਰਨਾ ਪਤਾ ਲੱਗ ਜਾਂਦਾ ਹੈ। ਗੁਰੂ ਦੱਸ ਦਿੰਦਾ ਹੈ ਕਿ ਵਿਦਿਆ ਜਿਹੜੀ ਹੈ ਉਹ ਪਰੇ ਕੋ ਸਮਝਾ ਦਿੱਤਾ। ਤੇ ਬਾਬੇ ਨੇ ਆਖਿਆ ਬਹੁਤ ਤੀਰਥ ਭਵਿਆ ਤੇ ਤੋ ਲਵਿਆ। ਬੜੇ ਤੀਰਥਾਂ ਤੇ ਘੁੰਮ ਘੁੰਮ ਕੇ ਆ ਗਿਆ। ਆਖਿਆ ਜੀ ਇੱਥੇ ਤੀਰਥ ਤੇ ਵੀ ਜਾ ਆਇਆ, ਇੱਥੇ ਵੀ ਜਾ ਆਇਆ। ਬਹੁਤ ਤੀਰਥ ਭਵਿਆ ਤੇ ਤੋ ਲਵਿਆ, ਬਹੁਤ ਭੇਖ ਕੀਆ। ਧਰਮ ਦੇ ਨਾਂ ਤੇ ਭੇਖ ਵੀ ਬੜਾ ਕੀਤਾ ਹੈ, ਵਿਖਾਵਾ। ਬਹੁਤ ਭੇਖ ਕੀਆ ਤੇ ਭੇਖ ਕਰ ਕਰਕੇ ਕੀ ਖਟਿਆ। ਕਹਿੰਦੇ ਦੇਹੀ ਦੁੱਖ ਆਪਣੇ ਸਰੀਰ ਨੂੰ ਦੁੱਖ ਦਿੱਤਾ। ਕਹਿੰਦਾ ਵੀ ਇਸ ਸਾਲ ਤੁਰ ਕੇ ਜਾਣਾ, ਕੀ ਫਾਇਦਾ ਹੋਇਆ। ਕਹਿੰਦਾ ਫਲਾਣੇ ਤੀਰਥ ਤੇ ਬੰਦਾ ਕਹਿੰਦਾ ਪੈਦਲ ਯਾਤਰਾ ਕਰਨੀ, ਤੁਰੇ ਫਿਰਦੇ ਨੇ। ਤਾਂ ਸਾਡੇ ਵਾਲੇ ਵੀ ਤੁਰੇ ਫਿਰਦੇ ਨੇ ਵੀ ਮੈਂ ਇਸ ਵਾਰ ਕਹਿੰਦੇ ਇੱਥੋਂ ਪੈਦਲ ਜਾਣਾ। ਉਹ ਕਹਿੰਦਾ ਮੈਂ ਉੱਥੋਂ ਪੈਦਲ ਇਸ ਸਥਾਨ ਤੇ ਜਾਣਾ। ਤੇ ਮੇਰੇ ਬਾਬੇ ਨੇ ਆਖਿਆ ਬਾਣੀ ਵਿੱਚ ਭਾਵੇਂ ਸਾਰੀ ਧਰਤੀ ਦਾ ਭ੍ਰਮਣ ਕਰ ਲੋ, ਇਸ ਤਰੀਕੇ ਨਾਲ ਪੱਲੇ ਕੁਝ ਨਹੀਂ ਪੈਣਾ। ਮਹਾਰਾਜ ਆਖਦੇ ਨਾ ਕਿ ਲੋ ਅਸੀਂ ਆ ਕੰਮਾਂ ਕਰਕੇ ਗੁਰੂ ਨਾਲੋਂ ਟੁੱਟ ਗਏ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹ ਜਿਸ ਭ੍ਰਮੇ। ਸਾਰੇ ਪਾਸੇ ਭ੍ਰਮਣ ਕਰਕੇ ਆ ਗਏ। ਥੱਕ ਆਏ ਪ੍ਰਭ ਕੀ ਸ਼ਾਮ, ਥਕਾਵਟ ਪੱਲੇ ਪਈ ਹੈ ਜੀ। ਦੇਹੀ ਦੁੱਖ ਦਿਆ, ਆਪਣੇ ਸਰੀਰ ਨੂੰ ਦੁੱਖ ਦਿੱਤਾ।
ਦਿੱਤਾ, ਭਾਵੇਂ ਉਹ ਜੰਗਲਾਂ ਵਿੱਚ ਜਾ ਕੇ ਬੰਦਾ ਦੇ ਰਿਹਾ, ਭਾਵੇਂ ਭੋਰਿਆਂ ਦੇ ਵਿੱਚ। ਵੈਸੇ ਗੱਲ ਬੜੀ ਪਿਆਰੀ ਕਿਸੇ ਨੇ ਇਹ ਲਿਖੀ, ਕਹਿੰਦੇ ਦੁੱਖ ਦੇਣ ਵਾਲੇ ਸਾਧਾਂ ਨੇ ਨਾ, ਆਪਣੇ ਸਰੀਰ ਨੂੰ ਕਸ਼ਟ ਦੇਣ ਵਾਲੇ ਸਾਧਾਂ ਨੇ ਵਿਖਾਵਾ ਕਰਕੇ ਧਰਮ ਦੇ ਨਾਂ ਤੇ ਭੋਰਿਆਂ ਦੇ ਵਿੱਚ ਵੜ ਕੇ ਕਈ ਸਾਲ ਬਾਹਰ ਨਾ ਨਿਕਲ ਕੇ ਵਿਖਾਵਾ ਤੇ ਕੀਤਾ ਧਰਮ ਦਾ। ਪਰ ਅੱਜ ਐਸੇ ਉਹਨਾਂ ਸਾਧਾਂ ਦੀਆਂ ਖੁੰਡੀਆਂ ਵੀ ਕਮਾਈਆਂ ਕਰ ਰਹੀਆਂ, ਜੁੱਤੀਆਂ ਵੀ ਕਮਾਈਆਂ ਕਰ ਰਹੀਆਂ, ਉਹਨਾਂ ਦੀਆਂ ਫਲਸ਼ਾਂ ਵੀ ਕਮਾਈਆਂ ਕਰ ਰਹੀਆਂ। ਕਮਾਲ ਦੀ ਗੱਲ ਨਹੀਂ ਹੈ ਕਿ ਸਰੀਰ ਨੂੰ ਦੁੱਖ ਦਿੱਤਾ, ਅੱਜ ਖੁੰਡੀਆਂ ਵੀ ਕਮਾਈਆਂ ਕਰ ਰਹੀਆਂ ਉਹਨਾਂ ਦੀਆਂ ਜੁੱਤੀਆਂ ਵੀ ਪੁੱਛੀਆਂ ਜਾ ਰਹੀਆਂ ਏ। ਸਤਿਗੁਰੂ ਕਹਿੰਦੇ ਧਰਮ ਦੇ ਵਿਖਾਵਾ ਕਰਨ ਵਾਲਾ ਕੋਈ ਬੰਦਾ ਚਾਹੀਦਾ, ਲਟਾਉਣ ਵਾਲੇ ਬਹੁਤ ਲੈਣਾ ਲਾ ਕੇ ਖਲੋਤੇ ਹੋਏ। ਅੱਜ ਆਖਿਆ ਜਾਂਦਾ ਨਾ ਕਿ ਇੰਨੀ ਵਾਰ ਤੁਸੀਂ ਜੇ ਬਾਣੀ ਪੜੋਗੇ ਤੇ ਮਹਾਂਪੁਰਖਾਂ ਦੇ ਸਾਡੇ ਭਾਗਿਆਂ ਦੇ ਦਰਸ਼ਨ ਤਾਂ ਹੋਣਗੇ ਭੋਰੇ ਵਿੱਚ ਜਾ ਕੇ। ਉਹਨਾਂ ਦੀਆਂ ਜੁੱਤੀਆਂ ਦੀਆਂ, ਉਹਨਾਂ ਦੀਆਂ ਖੁੰਡੀਆਂ ਦੀਆਂ, ਉਹਨਾਂ ਦੀਆਂ ਗਾਂ ਗਾਂ ਚੋਲਿਆਂ ਦੀਆਂ ਤੁਹਾਨੂੰ ਦਰਸ਼ਨ ਤਾਂ ਹੋਣਗੇ ਜੇ ਇੰਨੀ ਵਾਰ ਆਹ ਪਾਠ ਕਰੋਗੇ ਤਾਂ। ਪਰ ਮੇਰੇ ਸਤਿਗੁਰੂ ਕਹਿੰਦੇ ਪਾਠ ਕਰਕੇ ਆਪਣੇ ਜੀਵਨ ਨੂੰ ਸਵਾਰਨਾ ਸੀ, ਕਿਸੇ ਸਾਧ ਦੀਆਂ ਜੁੱਤੀਆਂ ਥੋੜੀਆਂ ਦਿਖਣੀਆਂ ਸੀ। ਬਾਬੇ ਨੇ ਬੜਾ ਸੋਹਣਾ ਬਚਨ ਕੀਤਾ, ਕਹਿੰਦੇ ਬਹੁ ਭੇਖ ਕੀਆ ਦੇਹੀ ਦੁਖ ਦੀਆ, ਸਹੁ ਵੈ ਜੀਆ ਆਪਣਾ ਕੀਆ। ਕੀ ਫਾਇਦਾ ਹੋਇਆ? ਆਪਣੇ ਆਪ ਨੂੰ ਹੀ ਦੁੱਖ ਦਿੱਤਾ ਹੈ ਨਾ, ਆਪਣੇ ਆਪ ਨੂੰ ਹੀ ਦੁੱਖ ਦੇ ਕੇ ਸਹਾਰਾ ਦਿਆ ਵੀ ਕੋਈ ਨਹੀਂ, ਹੋਰ ਸਾਲ ਕੱਢ ਲਈਏ, ਹੋਰ ਭੋਰੇ 'ਚ ਸਾਲ ਕੱਢ ਲਈਏ, ਹੋਰ ਜੰਗਲ ਵਿੱਚ ਸਾਲ ਕੱਢ ਲਈਏ, ਧੂਣੀਆਂ 'ਚ ਪਾ ਲਈਏ, ਇੱਦਾਂ ਕਰ ਲਈਏ। ਧਰਮ ਦੇ ਨਾਂ ਤੇ ਪਖੰਡ ਕੀਤਾ, ਵਿਖਾਵਾ ਕੀਤਾ, ਸਹੁਬੇ ਜੀਆ ਆਪਣਾ ਕੀਆ। ਕਹਿੰਦੇ ਇੱਥੇ ਵੀ ਨਾ ਰੁਕਿਆ ਬੰਦਾ, ਅਗਾਂਹ ਹੋਰ ਗਿਆ। ਕਹਿੰਦਾ ਵੀ ਧਰਮ ਦਾ ਕੰਮ ਹੈ, ਅੰਨ ਨਾ ਖਾਇਆ, ਨਹੀਂ ਅੰਨ ਖਾਦਾ। ਵਰਤ ਰੱਖੇ ਨੇ, ਵਰਤ ਰੱਖੇ ਗਏ, ਅੰਨ ਨਾ ਖਾਇਆ। ਕਹਿੰਦੇ ਸਾਧ ਗਵਾਇਆ। ਅੰਨ ਖਾ ਕੇ ਕੀ ਫਾਇਦਾ ਹੋਇਆ? ਸਵਾਦ ਹੀ ਗਵਾਇਆ ਗਿਆ। ਕੀ ਲਾਭ ਹੋਇਆ ਹੈ? ਅਸੀਂ ਸਮਝ ਕੇ ਬਹਿ ਗਏ ਕਿ ਆਹ ਦਿਨਾਂ ਵਿੱਚ ਜੀ ਜੇ ਵਰਤ ਰੱਖਿਆ ਇੰਜ ਹੋ ਜੂ, ਉਂਝ ਹੋ ਜੂਗਾ। ਕਹਿੰਦੇ ਨਾਲ ਕੁਝ ਨਹੀਂ ਹੋਇਆ, ਕੁਝ ਪੱਲੇ ਨਹੀਂ ਪਿਆ। ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ ਦੂਜਾ ਪਾਇਆ। ਇੱਕ ਗੁਰੂ ਗਿਆਨ ਨੂੰ ਛੱਡ ਕੇ, ਗੁਰੂ ਨਾਮ ਨੂੰ ਛੱਡ ਕੇ, ਗੁਰਬਾਣੀ ਨੂੰ ਛੱਡ ਕੇ ਦੂਜੇ ਹੋਰ ਭਰਮਾਂ ਵਿੱਚ ਲੱਗ ਕੇ ਦੁੱਖ ਹੀ ਪਾਇਆ ਹੈ। ਦੂਜਾ ਪਾਇਆ, ਦੂਜਾ ਚੰਗਾ ਲੱਗਣ ਲੱਗ ਪਿਆ ਕਿ ਜਿਹੜਾ ਦੂਜਾ ਗੁਰੂ ਤੋਂ ਬਿਨਾਂ ਦੂਜਾ ਕੁਝ ਕਹਿੰਦਾ ਹੈ ਨਾ, ਸਰੀਰਕ ਰੂਪ ਦੇ ਵਿੱਚ ਕਿਸੇ ਬਾਬੇ ਨੇ ਇਦਾਂ ਆਖ ਦਿੱਤਾ, ਉਹਨੂੰ ਮੰਨ ਲਿਆ ਪਰ ਗੁਰਬਾਣੀ ਨੂੰ ਨਹੀਂ ਮੰਨਿਆ। ਕਹਿੰਦੇ ਦੁੱਖ ਹੀ ਪਾਇਆ ਹੈ, ਪੱਲੇ ਕੁਝ ਨਹੀਂ ਪਿਆ। ਬਹੁਤ ਦੁੱਖ ਪਾਇਆ ਦੂਜਾ ਪਾਇਆ। ਤੇ ਹੋਰ ਕੀ ਕੀਤਾ? ਕਹਿੰਦੇ ਵਸਤਰ ਨਾ ਪਹਿਰੇ। ਇਦਾਂ ਦੇ ਵੀ ਮੈਨੂੰ ਮਿਲ ਗਏ ਜਿਹੜੇ ਕਹਿੰਦੇ ਸਾਡੇ ਬਾਬੇ ਦਾ ਨਾਂਗੇ ਸਭਾ, ਉਹਨਾਂ ਵਸਤਰ ਨਾ ਪਾ ਕੇ ਆਪਣੇ ਤਨ ਤੇ ਭੇਟ ਕਰਕੇ ਲੋਕਾਂ ਨੂੰ ਆਖਿਆ ਅਸੀਂ ਵੀ ਧਰਮੀ ਆ। ਗੁਰੂ ਨਾਨਕ ਸਾਹਿਬ ਤੱਕ ਕੇ ਕਹਿੰਦੇ ਹੁਣੇ ਵੀ ਕੀ ਫਾਇਦਾ ਹੋਇਆ ਤੂੰ ਵਸਤਰ ਨਹੀਂ ਧਾਰੇ? ਤੇ ਜੇ ਵਸਤਰ ਨਾ ਧਾਰਨ ਕਰਕੇ ਤੂੰ ਕਹਿੰਦਾ ਧਰਮੀ ਹੈ, ਤੇ ਕਿੰਨੇ ਐਸੇ ਜੀਵ ਨੇ ਜਿਨ੍ਹਾਂ ਨੇ ਵਸਤਰ ਨਹੀਂ ਪਾਏ ਹੋਏ, ਕੱਪੜੇ ਨਹੀਂ ਪਾਏ। ਜਾਨਵਰਾਂ ਨੇ ਕਿਹੜੇ ਉਹਨਾਂ ਵਸਤਰ ਪਾਏ ਨੇ, ਕਿੰਨੇ ਕੁੱਤੇ ਗਿਰਦੇ ਨੇ, ਉਹਨਾਂ ਕੁੱਤਿਆਂ ਨੇ ਕਿਹੜੇ ਵਸਤਰ ਪਾਏ ਹੋਏ। ਧਰਮੀ ਉਹ ਵੀ ਹੈ। ਬੰਦਿਆ ਤੇਰੇ ਵਾਸਤੇ ਰੱਬ ਨੇ ਅੰਨ, ਦਾਣਾ, ਕੱਪੜ, ਭੋਜਨ ਸਾਰਾ ਕੁਝ ਤੇਰੇ ਲਈ ਪੈਦਾ ਕੀਤਾ, ਤੂੰ ਕਿਉਂ ਨਹੀਂ ਪਾ ਰਿਹਾ? ਤੇ ਜੇ ਨਹੀਂ ਪਾ ਰਿਹਾ ਤੇਰੇ ਵਿੱਚ ਤੇ ਉਹਨਾਂ ਜਾਨਵਰਾਂ ਵਿੱਚ, ਡੰਗਰਾਂ ਵਿੱਚ, ਪਸ਼ੂਆਂ ਵਿੱਚ ਕੀ ਫਰਕ ਹੈ? ਧਰਮੀ ਤੇ ਫਿਰ ਉਹ ਵੀ ਹੈ ਨਾ। ਵਸਤਰ ਨਾ ਪਹਿਰੇ ਅਹਨਸ ਗਹਿਰੇ, ਕਹਿੰਦੇ ਮੂਣ ਵਿਗੁਤਾ। ਦਿਨ ਰਾਤ ਕਈ ਅਹਨਸ ਗਹਿਰੇ ਆਪਣੇ ਆਪ ਨੂੰ, ਸਰੀਰ ਨੂੰ ਦੁੱਖ ਪਹੁੰਚਾ ਰਹੇ ਨੇ ਦਿਨ ਰਾਤ। ਤੇ ਬਾਬੇ ਆਖਿਆ ਕਈ ਐਸੇ ਵੀ ਨੇ ਜਿਹੜੇ ਆਪਣੀ ਜ਼ਬਾਨ ਹੁੰਦਿਆਂ ਵੀ ਜ਼ਬਾਨ ਨੂੰ ਬੰਦ ਕਰਕੇ ਬੈਠੇ ਨੇ। ਮੂਣ ਵਿਗੁਤਾ, ਕਹਿੰਦੇ ਅਸੀਂ ਮੌਨੀ ਆ, ਸੱਚ ਸਾਹਮਣੇ ਪਿਆ ਹੋਇਆ ਸੱਚ ਨੂੰ ਬੋਲ ਨਹੀਂ ਰਹੇ। ਜਿਹੜੇ ਜ਼ਬਾਨ ਨੂੰ ਚਲਾਉਂਦੇ ਤਾਂ ਹੈ ਪਰ ਸੱਚ ਨਹੀਂ ਨਾ ਬੋਲਦੇ। ਬਾਬੇ ਨੇ ਉਹਨਾਂ ਨੂੰ ਵੀ ਆਖਿਆ, ਕਹਿੰਦੇ ਬੋਲਦਾ ਤੇ ਬੜਾ, ਗਿਆਨੀ ਤੇ ਬੜਾ, ਪੰਡਤ ਤੇ ਬੜਾ,
पर झूठ ना बोल पांडे, सच कहनी है। सच कह ना, झूठ क्यों बोलना यार दुनिया के अंदर। सच आख, सच सुनाई सी सच की बेला, सच कह। एवं जबान नूं बंद करके ना रख। जो सच सामने आ ना, उस सच नूं बयान कर। ते बयान का होगा जी जदों गुरु की हिम्मत रह जाए। गुरु की हिम्मत, आप कहते गुरु हिम्मत बख्शे नहीं, गुरु को आके गुरु नूं कहना बाबा जेड़ी दलेरी तेरे अंदर है ना बाबा सामने गल कहण दी, वो दलेरी मैनू भी दे। तेरी शरण विच आया मैं भी आखां, दुनिया के लोगों को सच आखां। नहीं मैं बिना नाल बाबियां नूं वेख के, ना माया नूं वेख के डोल जावां कि नहीं आ बाबे की बाणी का शब्द इदां कि मैं अपने तरीके नाल कह देना। अज हो रहा संसार के अंदर साडे पुजारी कर रहे हैं ना कि जो गुरु ग्रंथ साहब का सच उन्होंने लुकाया जा रहा। आओ बाबे ने आख्या मैं नहीं लुकाउंदा, मोन विकुता क्यों जागे गुर बिन सुता। गुरु तो बिना कदे जाग नहीं खुल सकती, ते कदे कदे बयान तो बिना जाग नहीं जे खुल सकती। बंदा भेख दे विच, पखंड दे विच, भरम दे विच सुता ही रहेगा, भावें ज्ञानी अपने आप को क्यों ना अपनाउंदा, भावें गुरु ग्रंथ साहब की बाणी क्यों ना पढ़ता होवे, बाणी मुताबिक क्यों ना चलता होवे। आओ अगे पढ़िए। क्यों जागे गुर बिन सुता पग उठे ताना। कई ऐसे भी बंदे ने, ऐसे भी मत वाले ने जिन्हां आख्या जुत्ती नहीं पाउणी, अपने पैर नंगे रखने ने। असीं जे चलना है तो अपने जोड़े तो बिना चलना है। तो लाभ की होया, इस करके कहते ने साडे जोड़े के थले आके कोई जीव ना मर रहे। बाबे ने आख्या भलिया किहड़ियां विचारां दे विच पिया होया यार, तू इनू ही धर्म समझ लिया कि मैं जुत्ती पा के नहीं गुरद्वारे जाना, मैं जुत्ती पा के नहीं, मैं नंगे पैर यात्रा करनी। सतगुरु ने आख्या ये धर्म नहीं, ये विखावा, ये विखावा, ये पखंड है। पग पिताना अपना किया कमाना, अपना कीता होया बंदिया तू पा रहा। जे दुख दिता है तो दुख ही पा रहा है। जिहा दूजे सोल है कर्मा संदड़ा खेत है। सतगुरु जी आखते ने आलमा लखाई सिर शाही पाई, बस गंदियां चीज़ां खा के विकार भोग के, अजिहा जिहड़ा गुरु ने सिखाया सी गाना वो ना खा के होर कुछ खा खा के सिर विच सुवाई पा लिया, सिर शाही पाई। ते ये सारा कुछ करके भी तू कह रहा मैं धर्मी हाँ। कहते नहीं यार, इन्ना धर्म नहीं कमाया, अलमल खाई सिर शाही पाई, मूर्ख अंधे पत गवाई। इहो जे कर्म करने वाले मूर्ख बंदे ने अपनी दुनिया में इज्जत गवा दी। गुरु के दर तो भी गया ते लोगों की कुदरत के दर तो भी गया, फटकारिया गया। मूर्ख अंधे पत गवाई, बिन नावै किश खाए ना पाई। गुरु ज्ञान तो बिना, गुरु नाम तो बिना कुछ खाए नहीं पैंदा। मैं जे कर्म करने ना गुरु मुताबिक करा, गुरु पुछ के करा, गुरु के द्वारा करा कि बाबा आ कर लगा तेन मंजूर है, आ काम कर लगा तेन मंजूर है। गुरु दसेगा ना, गुरु पढ़िए, गुरु सुनिए, पढ़ के गुरु को फिर मैं कर्म करा। कोई भेख भी कर लगा ना, गुरु को पूछना कि बाबा आ कर लगा तू इजाजत देना है, तेन प्रमाण है। गुरु दस देगा ना बहुत भेख किया यही दुख दिया, नहीं करना, भेख नहीं करना। आ मेरे को आ, मैं तेन सद रहा, आवो सिख सतगुरु के प्यारिओ, गावो सच्ची। गुरु को उनका काम आ रहा, पर जे गुरु को आके असी होर कर्म ना करी गए, भेख करी गए, पर गुरु को सुनिया नहीं, गुरु को पढ़िया नहीं, तो गुरु को आने का कोई लाभ नहीं दिया। जे गुरु द्वारे आके सोची नहीं रही तो केवल अपन राजनीतियां घोड़ते रहे, अपन चौधरा चमकाते रहे, अपने भेख करते रहे। बाबे ने आख्या कोई लाभ नहीं दे, कोई लाभ नहीं दे। इत्थे गुरुद्वारा होए सोची पाई सी बस। गुरुद्वारे आके सोची लैनी है, ज्ञान लेना है। आओ सतगुरु जी अगे आखते ने बिन नामे कुछ खाए न पाई, रह वे बाणी
मड़ी मसाणी अंत न जाने फिर पुछताणी। कई ऐसे भी ने ਜਿਹੜੇ ਇਸੇ ਹੀ ਗੱਲ ਨੂੰ ਧਰਮ ਸਮਝਦੇ ਨੇ ਕਿ ਅਸੀਂ ਮੜੀਆਂ ਦੇ ਵਿੱਚ ਸਿਵਿਆਂ ਦੇ ਵਿੱਚ ਹੀ ਰਹੀਏ, ਕੇਵਲ ਉੱਥੇ ਟਿਕੇ ਰਹੀਏ ਤਾਂ ਜੋ ਅਸੀਂ ਧਰਮੀ ਬਣ ਜਾਈਏ। ਬਾਬੇ ਨੇ ਆਖਿਆ ਨਹੀਂ, ਕਹਿੰਦੇ ਅੰਤ ਨਾ ਜਾਣੇ ਫਿਰ ਪੁਛਤਾਣੀ। ਅੰਨੇ ਮਨੁੱਖ ਨੇ ਕੁਝ ਸਮਝਿਆ ਹੀ ਨਹੀਂ ਚੰਗੀ ਤਰ੍ਹਾਂ, ਭੇਖ ਹੀ ਕਰਦਾ ਰਿਹਾ ਤੇ ਆਪਣੀ ਸਾਰੀ ਆਰ ਨੂੰ ਜਿਹੜੀ ਹੈ ਇਦਾਂ ਹੀ ਗਵਾ ਲਈ ਤੇ ਜਦੋਂ ਕੁਝ ਪ੍ਰਾਪਤ ਨਹੀਂ ਨਾ ਹੋਇਆ ਤੇ ਫਿਰ ਪੱਲੇ ਪਛਤਾਵਾ ਪਿਆ। फिर आखदा जब सारी जिंदगी मेरी इदा ही लंघ गई, मैनूं तो सुख आया नहीं, मैनूं तो शांति मिले नहीं, मैं तो बड़ियां अरदासां बड़े पाठ पूजा करवाए ने, बड़े होम जग करवाए ने, सारे तीर्थां की जा आया जब शांति मिली नहीं, अज तक मैं तड़फदा ही रहा। अंत न जाने फिर पुछताणी, सतगुर भेटै सो सुख। गुरु ने दस दिता, सतगुरु नूं भेटण वाले, सतगुरु की गल नूं मनण वाले, सतगुरु के द्वारा चलने वाले सदा सुख होंदे ने, सदा वो अपनी जिंदगी विच आनंद माणदे। वो भावें तीर्थां ते भी ना जाण, उन्हां नूं आ सारे कर्म कांड धर्म दे नाम ते करन दी लोड़ नहीं, केवल सतगुर भेटे सो सुख पाए, हर का नाम मन वसाई। गुरु दे नाम नूं अपने मन विच वसाउंदे ने, गुरु ज्ञान नूं अपने मन विच वसाउंदे ने, सुख पाउंदे ने। नानक नदर करे सो पाए, हे नानक सचमुच वो नदर दे पात्र है। गुरु उन्हां दी नदर करदा है, रहमत करदा है, बख्शिश करदा है। आस अंदेसे ते नहीं केवल होमे शब्द जलाए। ओ गुरु ते चेता रखियो, गुरु ते आस रखदे ने, बाकी संसार दियां आसां, बाकी जो वल छल ने, भेख ने, कुकर्म ने, वो छड्ड के केवल गुरु का शब्द कमाउंदे ने। ते सच ये है उन्हां दे अंदरों हौमे जिहड़ी है वो सड़ जाती है। हौमे जदों सड़ गई ते गुरु का आनंद, गुरु का ज्ञान अंदर आके वस गया ते सदा चढ़दी कला हो जाती। आओ पौड़ी का पाठ सरवण करके समाप्त। नानक नदर करे दिन सुबह, हाउ मैं शब्द दाय पौड़ी भगत प्रेम भाग दे दर सोहन कीर्त गाजे गाजे दर रो कहने लगे गुरु तेन केड़े भगत चंगे लगते हैं, तेरे मन को केड़े भावे भगत तेरे मन भावले दर सोहन कीरत गावंदे। तेरे दर ते आके जेड़े तेरी शोभा करते ने ना, तेरे गुण गाउंदे ने ना, बड़े चंगे लगते ने तेरे। ते चेता रखियो बाबे ने भी गल नाल आखी है, आप भगत जेड़े वो आ जिन्हां ने भगतां ने गुरु की गल मन्नी है, भेख नहीं कीता। ते इस दर ते गाउण वाले बड़े ने, सेवक सिख पूजन सब आवे, सब गावे हर हर हुकम बाणी। गाउंदे सारे ही आ, पर बाबे ने आख्या गाविया सुनिया तिनका हर थाए पावे, जिन सतगुरु की आज्ञा सत सत कर मन। सत करके जिन्हां ने मन्नी है ना गल, भगत तेरे मन भावे। वो भगत तेनों बड़े चंगे लगते हैं, वो प्यारे बड़े सोहने लगते हैं तेनों। नानक कर्मा बहाने दा ढो ना लहनी धामदे। ते जेड़े गुरु तेरी बख्शिश तो बाहर है उन्होंने तो ढोई नहीं मिलती। वो बेचारे बहुत भेख किया देही दुख दिया। नानक चखना नानक लिखे एक गल होर होमे चखना झाक करते रहते, कदे ढोई नहीं मिलती, उन्होंने जगह ही नहीं मिलती। वो इत्थे आके बैठ भी जाना ते उन्होंने आनंद नहीं आता।
ਸਦਾ ਝੱਖਾਂ ਮਾਰਦੇ ਨੇ ਗੁਰਦੁਆਰੇ ਪਾਕ ਨੂੰ, ਧਾਰਮਿਕ ਅਸਥਾਨਾਂ ਵਿੱਚ ਜਾ ਕੇ ਵੀ ਕਮਲ ਘੋਟਦੇ ਨੇ। ਉਹ ਕਿਉਂ? ਤੇਰੀ ਗੱਲ ਨਹੀਂ ਨਾ ਮੰਨੀ। ਆਓ ਅਗਲੀ ਪੰਕਤੀ ਹੈ, ਇੱਕ ਮੂਲ ਨਾ ਬੁੱਝਰ ਆਪਣਾ। ਧੁਰੇ ਨੂੰ ਨਹੀਂ ਨਾ ਪਛਾਣਿਆ ਉਹਨਾਂ ਨੇ, ਮੂਲ ਨੂੰ, ਮੁੱਢ ਨੂੰ ਨਹੀਂ ਪਛਾਣਿਆ। ਇੱਕ ਮੂਲ ਨਾ ਬੁੱਝਣ ਆਪਣਾ, ਅਨਹੁੰਦਾ ਆਪ ਬਣਾਈਂਦੇ। ਬਸ ਇੱਥੇ ਆ ਕੇ ਵੀ ਆਖਦੇ ਨੇ ਅਸੀਂ ਵੱਡੇ ਹਾਂ, ਸਾਡੀ ਚੌਕਰ ਚਮਕਣੀ ਹੈ, ਅਸੀਂ ਬਸ ਇਦਾਂ ਕਰ ਸਕਦੇ ਹਾਂ, ਸਾਡੇ ਤੋਂ ਬਿਨਾ ਦੂਜਾ ਕੋਈ ਨਹੀਂ ਕਰ ਸਕਦਾ। ਕੇਵਲ ਮੈਂ ਗਿਆਨੀ ਹੈ ਤੇ ਦੂਜਾ ਗਿਆਨੀ ਨਹੀਂ ਹੈ। ਮੈਂ ਸੂਝਵਾਨ ਹੈ, ਦੂਜਾ ਸੂਝਵਾਨ ਨਹੀਂ ਹੈ, ਦੂਜਾ ਕਮਲਾ ਹੈ। ਸਤਿਗੁਰੂ ਕਹਿੰਦੇ ਆਪਣੇ ਆਪ ਨੂੰ ਤੇ ਜਦ ਪਛਾਣਨਾ, ਆਪਣਾ ਮੂਲ ਪਛਾਣ, ਆਪਣੇ ਮੂਲ ਨੂੰ ਪਛਾਣ, ਆਪਣੇ ਅੰਦਰ ਦੇਖ। ਮਤਲਬ ਕਿ ਤੂੰ ਝਖਣਾ ਝਾਕ ਕਮਲੀਆਂ ਨਹੀਂ ਮਾਰ ਰਿਹਾ। ਤੇ ਕਮਲੀਆਂ ਮਾਰਨ ਵਾਲੇ ਬੜੇ ਲੋਕ ਲਾਈਵ ਵੀ ਦੇਖ ਸਕਦੇ ਨੇ, ਅਨਲਾਈਵ ਵੀ ਦੇਖ ਸਕਦੇ ਨੇ ਸਾਨੂੰ। ਬੜੇ ਬਹੁਤ ਸਤਿਗੁਰੂ ਜੀ ਕਹਿਣ ਲੱਗੇ, ਇੱਕ ਮੂਲ ਨਾ ਬੁੱਝਣ ਆਪਣਾ, ਅਨਹੁੰਦਾ ਆਪ ਬਣਾਈਂਦੇ, ਹੋਂ ਢਾਡੀ ਕਾ ਨੀਚ ਜਾਤ। ਭਗਤ ਆ ਕੇ ਪਤਾ ਕੀ ਕਹਿੰਦੇ ਨੇ, ਰੱਬ ਜੀ ਮੈਂ ਤੇਰੇ ਦਰ ਦਾ ਢਾਡੀ ਆਂ ਤੇ ਬੜੀ ਨੀਵੀਂ ਜਾਤ ਵਾਲਾ। ਆ ਭਗਤਾਂ ਦਾ ਗੁਣ ਹੈ। ਹੋਂ ਢਾਡੀ ਕਾ ਨੀਚ ਜਾਤ, ਹੋਰ ਉਤਮ ਜਾਤ ਸਦਾਈਂਦੇ। ਬਾਕੀ ਤੇ ਉੱਚੀ ਜਾਤ ਵਾਲੇ ਆਪਣੇ ਆਪ ਨੂੰ ਸਤਾਉਂਦੇ ਨੇ, ਪਰ ਮੈਂ ਤਾਂ ਇੱਕ ਨਿਮਾਣਾ ਜਿਹਾ ਤੇਰੇ ਦਰ ਦਾ ਢਾਡੀ ਹਾਂ। ਮੈਨੂੰ ਨਹੀਂ ਆਖਣਾ ਆਉਂਦਾ ਕੁਝ ਵੀ, ਮੈਂ ਨਹੀਂ ਤੇ ਗੁਣ ਗਾ ਭਾਵੇਂ ਚੰਗੀ ਤਰ੍ਹਾਂ ਨਹੀਂ ਨਾ ਸਕਦਾ, ਮੇਰੀ ਆਵਾਜ਼ ਵੀ ਚੰਗੀ ਨਹੀਂ, ਮੇਰੇ ਬੋਲ ਵੀ ਚੰਗੇ ਨਹੀਂ, ਪਰ ਤੇਰੇ ਦਰ ਦਾ ਢਾਡੀ ਜ਼ਰੂਰ ਆ। ਭਾਵੇਂ ਮੈਂ ਨੀਵੀਂ ਜਾਤ ਵਾਲੇ, ਲੋਕ ਮੈਨੂੰ ਆਖਦੇ ਨੇ ਨੀਵੀਂ ਜਾਤ ਵਾਲਾ, ਪਰ ਸੱਚਮੁੱਚ ਇਹ ਹੈ ਨੀਚ ਜਾਤ ਹਰ ਜਪਤਿਆਂ, ਨੀਚ ਜਾਤ ਹਰ ਜਪਤਿਆਂ ਉਤਮ ਪਦਵੀ ਪਾਈ। ਜੇ ਨੀਵੀਂ ਜਾਤ ਵਾਲਾ ਵੀ ਜਪਦਾ ਨਾ, ਤੇਰੇ ਗੁਣ ਗਾਉਂਦਾ ਹੈ, ਤੇਰੇ ਮੁਤਾਬਕ ਚੱਲਦਾ ਹੈ, ਤੇ ਉਹ ਉੱਚੀਆਂ ਪਦਵੀਆਂ ਪਾ ਲੈਂਦਾ ਹੈ। ਤੇਰੇ ਦਰ ਦੀ ਸ਼ੋਭਾ ਇਹ ਹੈ। ਅਖੀਰ ਬਾਬੇ ਨੇ ਆਖਿਆ, ਤਿੰਨ ਮੰਗਾਂ ਜੇ ਤੁਝੇ ਧਿਆਈਂਦੇ। ਭਗਤ ਜਨ ਆ ਕੇ ਆਖਦੇ ਨੇ, ਗੁਰੂ ਜਿਹੜੇ ਤੈਨੂੰ ਗਾਉਂਦੇ ਨੇ ਨਾ, ਮੈਂ ਉਹਨਾਂ ਕੋਲੋਂ ਤੇਰਾ ਗਿਆਨ ਮੰਗਦਾ, ਮੈਂ ਉਹਨਾਂ ਦੀ ਸੰਗਤ ਮੰਗਦਾ ਤੇ ਆਖਦਾ ਹਾਂ, ਸੇਵ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ। ਹੋਈਆਂ ਭੁੱਲਾਂ ਦੀ ਖਿਮਾ ਬੁਲਾਓ। ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।